ਹੈਲੋ ਫਰੈਂਡਸ, ਤੁਹਾਡਾ ਸਵਾਗਤ ਹੈ ਸਾਡੇ ਚੈਨਲ ਮਾਲਵਾ ਸਟੱਡੀ ਪੁਆਇੰਟ ਦੇ ਵਿੱਚ। ਦੋਸਤੋ, ਅੱਜ ਅਸੀਂ ਲੈ ਕੇ ਆਏ ਹਾਂ ਭਾਗ ਪਹਿਲਾ ਇੰਡੀਅਨ ਹਿਸਟਰੀ ਬਾਰੇ। ਠੀਕ ਹੈ ਜੀ, ਇੰਡੀਅਨ ਹਿਸਟਰੀ ਦੇ ਵਿੱਚ ਅਸੀਂ ਅੱਜ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ। ਅੱਜ ਪਹਿਲਾ ਲੈਕਚਰ ਹੈ ਦੋਸਤੋ। ਇਸ ਦੇ ਵਿੱਚ ਅਸੀਂ ਪੂਰੀ ਹਿਸਟਰੀ ਪੜ੍ਹਨ ਤੋਂ ਪਹਿਲਾਂ ਪੜ੍ਹਾਂਗੇ ਕਿ ਸਾਡਾ ਜਿਹੜਾ ਭਾਰਤੀ ਇਤਿਹਾਸ ਹੈ, ਚਾਹੇ ਉਹ ਪੁਰਾਤਨ ਇਤਿਹਾਸ ਹੈ, ਚਾਹੇ ਮੈਡੀਅਲ ਹਿਸਟਰੀ ਹੈ, ਕੁਛ ਵੀ ਵਾਪਰਦਾ ਉਸ ਦੇ ਜਿਹੜੀ ਪੁਰਾਤਨ ਇਤਿਹਾਸ ਹੈ, ਜਿਹੜਾ ਵੀ ਇੰਡੀਆ ਦਾ ਇਤਿਹਾਸ ਹੈ, ਇੰਡੀਆ ਬਾਰੇ ਕਿੱਥੇ ਕਿੱਥੇ ਜ਼ਿਕਰ ਮਿਲਦਾ। ਠੀਕ ਹੈ, ਕਿਹੜੇ ਕਿਹੜੇ ਗ੍ਰੰਥਾਂ 'ਚ ਮਿਲਦਾ ਹੈ, ਕਿਹੜੇ ਸਿੱਕਿਆਂ ਤੋਂ ਮਿਲਦਾ, ਕਿੱਥੇ ਕਿੱਥੇ ਇਹ ਛਪਿਆ ਹੋਇਆ ਕਿ ਇੰਡੀਆ ਦਾ ਵੀ ਕੋਈ ਇਤਿਹਾਸ ਹੈ। ਠੀਕ ਹੈ ਜੀ, ਤਾਂ ਇਹ ਪੂਰੀ ਵੀਡੀਓ ਪ੍ਰੋਪਰ ਦੇਖਿਓ। ਅਗਰ ਤੁਸੀਂ ਪਹਿਲੀ ਵੀਡੀਓ ਤੋਂ ਪ੍ਰੋਪਰ ਦੇਖਣਾ ਸਟਾਰਟ ਕਰੋਗੇ ਤਾਂ ਹੀ ਤੁਹਾਨੂੰ ਪੂਰੇ ਜਿਹੜੀ ਇੰਡੀਆ ਹਿਸਟਰੀ ਅਸੀਂ ਪੜ੍ਹਾਵਾਂਗੇ 1 ਬਾਏ 1 ਹਰ ਲੈਕਚਰ ਦੇ ਵਿੱਚ, ਤਾਂ ਹੀ ਤੁਹਾਨੂੰ ਪ੍ਰੋਪਰਲੀ ਸਮਝ ਆਊਗੀ। ਠੀਕ ਹੈ ਜੀ, ਤਾਂ ਹਰ ਵੀਡੀਓ ਦੀ ਜਿਹੜੀ PDF ਹੈ ਤੁਹਾਨੂੰ ਟੈਲੀਗ੍ਰਾਮ ਦੇ ਉੱਪਰ ਜਿਹੜਾ ਗਰੁੱਪ ਹੈ ਉਸ ਦੇ ਵਿੱਚ ਮਿਲ ਜਾਣੀ ਹੈ। ਜਿਹੜੀ ਵੀਡੀਓ ਹੋਣ ਵਾਲੀ ਹੈ ਮਾਸਟਰ ਕੈਡਰ, PCS, UPSC, ਨਾਇਬ ਤਹਿਸੀਲਦਾਰ, ਕਿਸੇ ਵੀ ਤਰ੍ਹਾਂ ਦੇ ਐਗਜ਼ਾਮ ਜਿਹੜੇ ਹਾਈ ਲੈਵਲ ਦੇ ਐਗਜ਼ਾਮ ਹੁੰਦੇ ਜਿਨ੍ਹਾਂ 'ਚ ਇੰਡੀਅਨ ਹਿਸਟਰੀ ਤੋਂ ਵਧੀਆ ਕੁਐਸਚਨ ਪੁੱਛੇ ਜਾਂਦੇ ਆ, ਤਾਂ ਉਹਨਾਂ ਵਾਸਤੇ ਬੈਨੀਫਿਟ ਹੋਣ ਵਾਲੀ ਦੋਸਤੋ। ਤਾਂ ਬਿਨਾਂ ਸਮਾਂ ਗਵਾਏ ਆਪਾਂ ਵੀਡੀਓ ਸਟਾਰਟ ਕਰਾਂਗੇ। ਤਾਂ ਤੁਹਾਨੂੰ ਇੱਕੋ ਹੀ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਠੀਕ ਹੈ ਜੀ, ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਜ਼ਰੂਰ ਕਰਦਿਆ ਕਰੋ। ਠੀਕ ਹੈ ਦੋਸਤੋ, ਸਟਾਰਟ ਕਰਦੇ ਹਾਂ। ਸਭ ਤੋਂ ਪਹਿਲੀ ਵੀਡੀਓ ਭਾਰਤੀ ਇਤਿਹਾਸ ਦੇ ਸਰੋਤ, ਸੋਰਸਸ ਆਫ ਇੰਡੀਅਨ ਹਿਸਟਰੀ। ਠੀਕ ਹੈ ਜੀ, ਤਾਂ ਦੋਸਤੋ ਗੱਲ ਕਰ ਰਹੇ ਹਾਂ ਭਾਰਤੀ ਇਤਿਹਾਸ ਦੇ ਸਰੋਤ ਬਾਰੇ। ਅਸੀਂ ਭਾਰਤੀ ਇਤਿਹਾਸ ਦੇ ਬਾਰੇ ਜਾਣਕਾਰੀ ਮੁੱਖ ਤੌਰ 'ਤੇ 4 ਸਰੋਤਾਂ ਤੋਂ ਪ੍ਰਾਪਤ ਕਰ ਲੈਂਦੇ ਹਾਂ। ਠੀਕ ਹੈ, ਕਿਹੜੇ ਕਿਹੜੇ ਸਰੋਤ ਨੇ? ਅਗਰ ਤੁਸੀਂ ਭਾਰਤੀ ਇਤਿਹਾਸ ਬਾਰੇ ਗੱਲ ਕਰਨਾ ਚਾਹੋ, ਸਭ ਤੋਂ ਪਹਿਲਾਂ ਧਾਰਮਿਕ ਗ੍ਰੰਥ, ਜਿਹੜੇ ਧਾਰਮਿਕ ਗ੍ਰੰਥ ਬਹੁਤ ਸਾਰੇ ਲੋਕਾਂ ਦੁਆਰਾ ਲਿਖੇ ਗਏ ਆ। ਉਸ ਤੋਂ ਬਾਅਦ ਇਤਿਹਾਸਿਕ ਗ੍ਰੰਥ ਹੈ, ਜਿਵੇਂ ਜਾਂ ਸਮਕਾਲੀ ਗ੍ਰੰਥ ਹੈ, ਕੋਈ ਬਾਹਰਲੇ ਦੇਸ਼ਾਂ ਦੇ ਸਮਕਾਲੀ ਗ੍ਰੰਥ ਆਏ ਜਿੱਥੇ ਵਿਜ਼ਿਟ ਕੀਤਾ ਲੋਕਾਂ ਨੇ। ਵਿਦੇਸ਼ੀ ਲੋਕਾਂ ਦਾ ਵਰਣਨ, ਜਿਹੜੇ ਵਿਦੇਸ਼ੀ ਲੋਕ ਆਏ ਉਹਨਾਂ ਨੇ ਗ੍ਰੰਥ ਲਿਖੇ ਜਾਂ ਕੋਈ ਉਹਨਾਂ ਦੀ ਯਾਤਰਾਵਾਂ ਦਾ ਵਰਣਨ ਕੀਤਾ ਹੋਇਆ। ਪੁਰਾਤਤਵ ਸਬੂਤ ਹੈ, ਚਾਹੇ ਕਿਤੇ ਕੋਈ ਛਪਾਈ ਹੋਈ ਹੈ ਜਾਂ ਕੋਈ ਸਿੱਕੇ ਮਿਲੇ ਹੈ, ਚਾਹੇ ਹੜੱਪਾ ਸੱਭਿਅਤਾ ਮਿਲੀ ਹੈ। ਠੀਕ ਹੈ ਜੀ, ਸਿੰਧ ਘਾਟੀ ਸੱਭਿਅਤਾ ਮਿਲੀ ਹੈ, ਤਾਂ ਉਹਨਾਂ ਚੀਜ਼ਾਂ ਤੋਂ ਅਸੀਂ ਪੁਰਾਤਨ ਇਤਿਹਾਸ ਬਾਰੇ ਗੱਲ ਕਰ ਸਕਦੇ ਹਾਂ। ਭਾਰਤੀ ਇਤਿਹਾਸ ਬਾਰੇ ਆਪਾਂ ਨੂੰ ਨੌਲੇਜ ਇੱਥੋਂ ਮਿਲ ਜਾਂਦੀ ਹੈ। ਠੀਕ ਹੈ ਜੀ, ਸਭ ਤੋਂ ਪਹਿਲਾਂ ਗੱਲ ਕਰਾਂਗੇ ਧਾਰਮਿਕ ਗ੍ਰੰਥਾਂ ਬਾਰੇ। ਭਾਰਤ ਇੱਕ ਧਾਰਮਿਕ ਅਤੇ ਅਧਿਆਤਮਿਕ ਦੇਸ਼ ਰਿਹਾ। ਇੱਥੇ ਮਤਲਬ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੀ ਰਚਨਾ ਵੀ ਹੋਈ ਹੈ ਅਤੇ ਛਪੇ ਨੇ। ਧਰਮਾਂ ਦੀ ਬੁਨਿਆਦ ਹੈ ਜਿਹੜੀ ਪ੍ਰਾਚੀਨ ਸਮੇਂ ਤੋਂ ਰੱਖੀ ਗਈ ਸੀ। ਪ੍ਰਾਚੀਨ ਕਾਲ ਤੋਂ ਇੱਥੇ 3 ਧਾਰਮਿਕ ਗ੍ਰੰਥਾਂ ਦੀ ਧਾਰਾਵਾਂ ਵਗ ਰਹੀਆਂ ਨੇ। ਇੱਕ ਤਾਂ ਵੈਦਿਕ ਗ੍ਰੰਥ ਨੇ, ਵੈਦਿਕ ਧਾਰਮਿਕ ਗ੍ਰੰਥ। ਦੂਸਰਾ ਬੌਧਿਕ ਧਾਰਮਿਕ ਗ੍ਰੰਥ। ਤੀਸਰੇ ਜੈਨ ਧਾਰਮਿਕ ਗ੍ਰੰਥ। ਇਹਨਾਂ ਤੋਂ ਇਲਾਵਾ ਵੀ ਆਪਾਂ ਹੋਰ ਥੋੜ੍ਹੇ ਬਹੁਤ ਗ੍ਰੰਥਾਂ ਬਾਰੇ ਗੱਲ ਕਰਾਂਗੇ ਜਿਹੜੇ ਕਿ ਸਾਡੇ ਇੰਡੀਅਨ ਇਤਿਹਾਸ ਦੇ ਵਾਸਤੇ ਇੰਪੋਰਟੈਂਟ ਨੇ। ਠੀਕ ਹੈ ਜੀ, ਸਭ ਤੋਂ ਪਹਿਲਾਂ ਗੱਲ ਕਰਾਂਗੇ ਵੈਦਿਕ ਧਾਰਮਿਕ ਗ੍ਰੰਥ, ਜਿੱਥੋਂ ਸਾਡੇ ਇਤਿਹਾਸ ਬਾਰੇ ਥੋੜ੍ਹਾ ਚਾਨਣਾ ਮਿਲਦਾ ਸਾਨੂੰ। ਭਾਰਤੀ ਇਤਿਹਾਸ ਦੇ ਸਰੋਤ ਵਜੋਂ ਭਾਰਤ ਦਾ ਸਭ ਤੋਂ ਪੁਰਾਣਾ ਧਾਰਮਿਕ ਪਾਠ ਹੈ ਵੇਦ। ਠੀਕ ਹੈ, ਜਿਸ ਨੂੰ ਵੈਦਿਕ ਧਾਰਮਿਕ ਗ੍ਰੰਥ ਕਿਹਾ ਜਾਂਦਾ। ਵੇਦ ਸ਼ਬਦ ਦਾ ਸ਼ਬਦਿਕ ਅਰਥ ਹੈ ਗਿਆਨ, ਭਾਵ ਪਵਿੱਤਰ ਅਤੇ ਅਧਿਆਤਮਿਕ ਗਿਆਨ। ਮਹਾਰਿਸ਼ੀ ਵੇਦ ਵਿਆਸ ਨੂੰ ਵੇਦਾਂ ਦਾ ਸੰਕਲਨ ਕਿਹਾ ਜਾਂਦਾ ਹੈ। ਵੇਦ ਵਧੂ ਸਾਹਿਬ ਕੁਟੁੰਬਕਮ, ਸਾਰਾ ਸੰਸਾਰ ਇੱਕ ਪਰਿਵਾਰ ਹੈ। ਜਿਹੜਾ ਹੈ ਇਹ ਲਿਖੀ ਹੋਈ ਹੈ ਇੱਕ ਲਾਈਨ, ਵੇਦ ਵਸੁਦੈਵ ਕੁਟੁੰਬਕਮ, ਇਸ ਦਾ ਮਤਲਬ ਹੈ ਸਾਰਾ ਸੰਸਾਰ ਇੱਕ ਪਰਿਵਾਰ ਹੈ। ਇਸ ਦਾ ਸੰਦੇਸ਼ ਇਹ ਦਿੰਦਾ। ਵੇਦ 4 ਪ੍ਰਕਾਰ ਦੇ ਹੁੰਦੇ ਨੇ ਦੋਸਤੋ। ਇੱਕ ਤਾਂ ਰਿਗਵੇਦ, ਇੱਕ ਸਮਵੇਦ, ਇੱਕ ਯਜੁਰਵੇਦ, ਇੱਕ ਅਥਰਵਵੇਦ। ਇਹ 4 ਤਰ੍ਹਾਂ ਦੇ ਵੇਦ ਹੁੰਦੇ ਨੇ। ਠੀਕ ਹੈ, ਇਹ ਜਿਹੜੀ ਵੀ ਹਰ ਲਾਈਨ ਦੇ ਵਿੱਚ ਤੁਹਾਨੂੰ ਪੜ੍ਹਾ ਰਿਹਾ, ਇੱਥੋਂ ਕਿਤੋਂ ਵੀ ਕੁਐਸਚਨ ਆ ਸਕਦਾ ਦੋਸਤੋ। ਇਹ ਨਾ ਸੋਚੋ ਕਿ ਇਹ ਥਿਓਰੀ ਹੈ, ਇਹ ਥਿਓਰੀ ਨਹੀਂ, ਇਹ ਤੁਹਾਡੇ ਵਾਸਤੇ ਸਪੈਸ਼ਲ ਇੱਕ ਨੋਟਸ ਬਣਾਏ ਨੇ। ਠੀਕ ਹੈ ਜੀ, ਸਭ ਤੋਂ ਪਹਿਲਾਂ ਗੱਲ ਕਰਾਂਗੇ ਰਿਗਵੇਦ। ਰਿਗਵੇਦ ਵਿੱਚ 4 ਵੇਦਾਂ ਵਿੱਚੋਂ ਸਭ ਤੋਂ ਪੁਰਾਣਾ ਰਿਗਵੇਦ ਹੈ। ਠੀਕ ਹੈ ਜੀ, ਰਿਗਵੇਦ ਦਾ ਅਰਥ ਹੈ ਅਜਿਹਾ ਗਿਆਨ ਜੋ ਭਜਨਾਂ ਵਿੱਚ ਉਲਝਿਆ ਹੋਇਆ, ਮਤਲਬ ਭਜਨਾਂ ਤੋਂ ਲੈਣ ਵਾਲਾ ਗਿਆਨ, ਰਿਗਵੇਦ। ਇਹ ਵੇਦ ਆਰੀਅਨ ਲੋਕਾਂ ਦੀ ਰਾਜਨੀਤਿਕ ਪ੍ਰਣਾਲੀ ਅਤੇ ਉਹਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਾ ਹੈ। ਇਸ ਵੇਦ ਵਿੱਚ ਕੁੱਲ ਮੰਡਲ 127 ਸੂਕਤ ਅਤੇ ਕੁੱਲ 10 ਮੰਡਲ ਨੇ, 1028 ਸੂਕਤ ਅਤੇ 10,462 ਭਜਨ ਨੇ। ਠੀਕ ਹੈ ਜੀ, ਇਹ ਮਿਊਜ਼ਿਕ ਨਾਲ ਰਿਲੇਟਡ ਇੱਕ ਵੇਦ ਹੈ, ਤੁਸੀਂ ਇੱਦਾਂ ਕਹਿ ਸਕਦੇ ਹੋ ਰਿਗਵੇਦ। ਵਿਸ਼ਵਾਮਿਤਰ ਨੇ ਇਸ ਵੇਦ ਦੀ ਰਚਨਾ ਕੀਤੀ। ਇਸ ਵੇਦ ਦੇ ਭਜਨ ਗਾਉਣ ਵਾਲੇ ਰਿਸ਼ੀ ਨੂੰ ਹੋਤਰੀ ਕਿਹਾ ਜਾਂਦਾ। ਇਹੋ ਜਿਹੇ ਐਗਜ਼ਾਮ ਦੇ ਵਿੱਚ ਕੁਐਸਚਨ ਬਹੁਤ ਆਉਂਦੇ ਨੇ ਦੋਸਤੋ। ਠੀਕ ਹੈ ਜੀ, ਇਸ ਵੇਦ ਦੇ ਭਜਨ ਗਾਉਣ ਵਾਲੇ ਨੂੰ ਹੋਤਰੀ ਕਿਹਾ ਜਾਂਦਾ। ਰਿਗਵੇਦ ਦੇ 3 ਮੰਡਲ ਵਿੱਚ ਮਸ਼ਹੂਰ ਗਾਇਤਰੀ ਮੰਤਰ ਦਾ ਜ਼ਿਕਰ ਹੈ। ਜਿਹੜਾ ਗਾਇਤਰੀ ਮੰਤਰ ਅੱਜ ਕੱਲ੍ਹ ਹਿੰਦੂਇਜ਼ਮ ਦੇ ਵਿੱਚ ਬਹੁਤ ਗਾਇਆ ਜਾਂਦਾ ਹੈ ਜੀ। ਰਿਗਵੇਦ ਦੇ 8ਵੇਂ ਮੰਡਲ ਦੇ ਹੱਥ ਨਾਲ ਲਿਖੇ ਭਜਨਾਂ ਨੂੰ ਖਿਲ ਕਿਹਾ ਜਾਂਦਾ ਹੈ। ਰਿਗਵੇਦ ਵਿੱਚ ਇੰਦਰ ਦੇ ਲਈ 250 ਅਤੇ ਅਗਨੀ ਦੇ ਲਈ 200 ਛੰਦਾਂ ਦੇ ਵਿੱਚ ਵਰਣਨ ਮਿਲਦਾ ਹੈ। ਦੇਖ ਲਓ ਦੋਸਤੋ, ਹਰ ਲਾਈਨ ਦੇ ਵਿੱਚ ਕੁਐਸਚਨ ਬਣਦਾ ਤੁਹਾਡੇ ਵਾਸਤੇ। ਇਹ ਹਰ ਚੀਜ਼ ਨੂੰ ਤੁਹਾਡੇ ਨੋਟਸ ਦੇ ਵਿੱਚ ਬਹੁਤ ਫਾਇਦਾ ਦੇਣ ਵਾਲੇ ਆ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਸਾਮਵੇਦ। ਸਮਾਂ ਦਾ ਅਰਥ ਹੈ ਗੀਤ। ਇਸ ਵੇਦ ਵਿੱਚ ਸੰਕਲਿਤ ਮੰਤਰ ਦੇਵਤਿਆਂ ਦੀ ਉਸਤਤ ਵਿੱਚ ਗਾਏ ਜਾਂਦੇ ਨੇ। ਇਸ ਵੇਦ ਵਿੱਚ 1549 ਭਜਨ ਨੇ। 75 ਨੂੰ ਛੱਡ ਕੇ ਬਾਕੀ ਸਾਰੇ ਰਿਗਵੇਦ ਤੋਂ ਲਏ ਗਏ ਨੇ।
ਠੀਕ ਹੈ। ਸਮਵੇਦ ਰਿਗਵੇਦ ਤੋਂ ਹੀ ਬਣਿਆ ਹੈ। ਜਿਹੜੇ ਲੋਕ ਇਹ ਭਜਨ ਗਾਉਂਦੇ ਸਨ ਉਹਨਾਂ ਨੂੰ ਉਦਗਤਾ ਕਿਹਾ ਜਾਂਦਾ। ਉਦਗਤਾ ਇਸ ਵੇਦ ਨੂੰ ਭਾਰਤੀ ਸੰਗੀਤ ਦੇ ਪਿਤਾ ਵਜੋਂ ਜਾਣਿਆ ਜਾਂਦਾ ਹੈ। ਪੂਰਾ ਸੰਗੀਤ ਭਾਰਤੀ ਸੰਗੀਤ ਜਿਹੜਾ ਸਮਵੇਦ 'ਚੋਂ ਲਿਆ ਗਿਆ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਯਜੁਰਵੇਦ। ਯਜੁਰਵੇਦ ਯਸ਼ੂ ਸ਼ਬਦ ਤੋਂ ਬਣਿਆ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਯਜਨਾ। ਮਹਾਰਿਸ਼ੀ ਪਤੰਜਲੀ ਦੁਆਰਾ ਦੱਸੀਆਂ 101 ਸ਼ਾਖਾਵਾਂ ਵਿੱਚੋਂ ਹੁਣ ਸਿਰਫ 5 ਹੀ ਬਾਕੀ ਨੇ। ਇਸ ਵੇਦ ਵਿੱਚ ਕਈ ਪ੍ਰਕਾਰ ਦੇ ਯਤਨਾਂ ਨੂੰ ਕਰਨ ਦੇ ਤਰੀਕਿਆਂ ਦਾ ਜ਼ਿਕਰ ਕੀਤਾ ਗਿਆ। ਯਜੁਰਵੇਦ ਵਿੱਚ ਮੰਤਰਾਂ ਜਾਪ ਕਰਨ ਵਾਲੇ ਬ੍ਰਾਹਮਣ ਨੂੰ ਅਥਵਰਯੂ ਕਿਹਾ ਜਾਂਦਾ ਹੈ। ਇਹ ਇੱਕ ਅਜਿਹਾ ਵੇਦ ਹੈ ਜੋ ਗਦ ਅਤੇ ਛੰਦ ਦੋਵਾਂ ਸ਼ੈਲੀਆਂ ਵਿੱਚ ਹੈ। ਯਜੁਰਵੇਦ ਨੂੰ 5 ਸ਼ਾਖਾਵਾਂ ਵਿੱਚ ਵੰਡਿਆ ਗਿਆ ਹੈ। ਇੱਕ ਤਾਂ ਕਥਕ, ਕਪਿਥਲਾ, ਮੈਤਰੇਯਾਨੀ, ਤੈਤਰੀਆ ਅਤੇ ਵਜਸਨੇਹੀ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਅਥਰਵਵੇਦ। ਅਥਰਵਵੇਦ ਬਾਰੇ ਗੱਲ ਕਰਾਂਗੇ। ਅਥਰਵਵੇਦ ਵਿੱਚ ਦਵਾਈ, ਰੋਗਾਂ ਦੀ ਰੋਕਥਾਮ, ਜੰਤਰ ਮੰਤਰ, ਜਾਦੂ, ਵਿਆਹ, ਪਿਆਰ, ਅੰਧ ਵਿਸ਼ਵਾਸ, ਬ੍ਰਹਮ ਗਿਆਨ ਦਾ ਜ਼ਿਕਰ ਹੈ। ਠੀਕ ਹੈ। ਅਥਰਵ ਰਿਸ਼ੀ ਨੇ ਇਸ ਦੀ ਰਚਨਾ ਕੀਤੀ ਸੀ, ਇਸ ਲਈ ਇਸ ਨੂੰ ਅਥਰਵਵੇਦ ਕਿਹਾ ਜਾਂਦਾ ਹੈ। ਇਸ ਵੇਦ ਵਿੱਚ 40 ਅਧਿਆਏ ਨੇ ਅਤੇ 711 ਭਜਨ ਨੇ। ਠੀਕ ਹੈ। ਅਥਰਵਵੇਦ ਵਿੱਚ ਲੜਕੀਆਂ ਦੇ ਜਨਮ ਦੀ ਨਿੰਦਾ ਕੀਤੀ ਗਈ ਹੈ ਜੀ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਅਰਣਯੱਕ। ਅਰਣਯੱਕ ਕੀ ਹੁੰਦਾ ਜੀ? ਜੰਗਲ ਵਿੱਚ ਪੜ੍ਹੇ ਜਾਂਦੇ ਦਾਰਸ਼ਨਿਕ ਅਤੇ ਰਹੱਸਵਾਦੀ ਗ੍ਰੰਥਾਂ ਨੂੰ ਅਰਣਯੱਕ ਕਿਹਾ ਜਾਂਦਾ ਹੈ। ਉਹਨਾਂ ਦੀ ਕੁੱਲ ਸੰਖਿਆ 7 ਹੈ। ਇੱਕ ਤਾਂ ਹੈ ਏਤਾਰਯ, ਇੱਕ ਸੰਖਿਆਨ, ਇੱਕ ਤੈਤਰਯ, ਇੱਕ ਮੈਤਰੇਯਾਨੀ, ਇੱਕ ਮੱਧਯਜਨਾ ਅਤੇ ਬ੍ਰਿਹਦਰਨਯਕ, ਤਲਵਾਰ ਅਤੇ ਜੈਮਨੀ। ਇਹ ਸਾਰੇ ਨੇ ਅਰਣਯੱਕ ਦੇ ਪਾਠ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਉਪਨਿਸ਼ਦ। ਉਪਨਿਸ਼ਦਾਂ ਤੋਂ ਸਾਡੇ ਭਾਰਤੀ ਇਤਿਹਾਸ ਬਾਰੇ ਬਹੁਤ ਜਾਣਕਾਰੀ ਮਿਲਦੀ ਹੈ ਦੋਸਤੋ। ਉਪਨਿਸ਼ਦ ਦਾ ਸ਼ਾਬਦਿਕ ਅਰਥ ਹੈ ਨੇੜੇ ਬੈਠਣਾ। ਕਹਿਣ ਦਾ ਮਤਲਬ ਉਪਦੇਸ਼ ਦੇਣਾ। ਇਹ ਉਹ ਰਹੱਸਮਈ ਗਿਆਨ ਹੈ ਜੋ ਗੁਰੂ ਦੀ ਸਹਾਇਤਾ ਤੋਂ ਬਿਨਾਂ ਸੰਭਵ ਨਹੀਂ ਹੈ। ਗੁਰੂ ਦੇ ਨੇੜੇ ਬੈਠ ਕੇ ਹੀ ਉਪਨਿਸ਼ਦ ਸਿੱਖੇ ਜਾ ਸਕਦੇ ਨੇ। ਬ੍ਰਹਮਾ ਦਾ ਵਿਸ਼ਾ ਹੋਣ ਕਰਕੇ ਇਸ ਨੂੰ ਬ੍ਰਹਮ ਵਿੱਦਿਆ ਵੀ ਕਿਹਾ ਜਾਂਦਾ ਹੈ। ਉਪਨਿਸ਼ਦਾਂ ਨੂੰ ਬ੍ਰਹਮ ਵਿੱਦਿਆ ਵੀ ਕਿਹਾ ਜਾਂਦਾ ਹੈ। ਇਸ ਨੂੰ ਵਿਦਾਂਤ ਵੀ ਕਿਹਾ ਜਾਂਦਾ ਹੈ ਕਿਉਂਕਿ ਉਪਨਿਸ਼ਦ ਵੈਦਿਕ ਸਾਹਿਤ ਦਾ ਆਖਰੀ ਹਿੱਸਾ ਹੈ। ਭਾਰਤ ਦਾ ਸਭ ਤੋਂ ਮਸ਼ਹੂਰ ਰਾਸ਼ਟਰੀ ਬਾਗ ਸਤਯਮੇਵ ਜਯਤੇ ਮੁੱਢਕੋਪਨਿਸ਼ਦ ਤੋਂ ਲਿਆ ਗਿਆ। ਮੁੱਢਕੋਪਨਿਸ਼ਦ ਤੋਂ ਉਪਨਿਸ਼ਦਾਂ ਵਿੱਚੋਂ ਲਿਆ ਗਿਆ। ਵੈਦਾਂ ਨੂੰ ਸਹੀ ਸਮਝਣ ਲਈ 6 ਵਿਦਾਂਗਾਂ ਦੀ ਰਚਨਾ ਕੀਤੀ ਗਈ ਹੈ। ਇੱਕ ਤਾਂ ਸਿੱਖਿਆ, ਜੋਤਿਸ਼, ਕਲਪ, ਵਿਆਕਰਨ, ਨਿਰੁਕਤਾ ਅਤੇ ਛੰਦ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਸਮ੍ਰਿਤੀਆਂ ਜਿਹੜੀਆਂ ਹੈਗੀਆਂ ਨੇ। ਹਿੰਦੂ ਧਰਮ ਦੇ ਵਿੱਚ ਸਮ੍ਰਿਤੀਆਂ ਦਾ ਬਹੁਤ ਜ਼ਿਕਰ ਹੁੰਦਾ ਜੀ। ਮਨੂ ਸਮ੍ਰਿਤੀ ਅਤੇ ਯਜਨਵਲਕਯ ਸਮ੍ਰਿਤੀ ਸਭ ਤੋਂ ਪੁਰਾਣੀ ਹੈ। ਮਨੂ ਸਮ੍ਰਿਤੀ ਪ੍ਰਾਚੀਨ ਭਾਰਤ ਦੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਾਣਕਾਰੀ ਦਿੰਦੀ ਹੈ। ਨਾਰਦ ਸਮ੍ਰਿਤੀ ਤੋਂ ਗੁਪਤ ਰਾਜਵੰਸ਼ ਦੀ ਜਾਣਕਾਰੀ ਮਿਲਦੀ ਹੈ। ਉਸ ਤੋਂ ਬਾਅਦ ਗੱਲ ਕਰ ਲੈਂਦੇ ਜੀ ਰਾਮਾਇਣ ਬਾਰੇ। ਇਹਨਾਂ ਸਿਰਜਣਹਾਰ ਸੀਗੇ ਵਾਲਮੀਕੀ ਰਿਸ਼ੀ। ਰਾਮਾਇਣ ਦੇ ਆਰੰਭ ਦੇ ਵਿੱਚ 12,000 ਸਲੋਕ ਸਨ, ਪਰ ਹੁਣ ਇਹਦੇ ਵਿੱਚ 24,000 ਸਲੋਕ ਨੇ। ਵਾਲਮੀਕੀ ਰਾਮਾਇਣ ਨੂੰ 7 ਭਾਗਾਂ ਵਿੱਚ ਵੰਡਿਆ ਗਿਆ ਹੈ। ਇੱਕ ਤਾਂ ਹੈ ਬਾਲਕੰਦ, ਅਯੋਧਿਆ ਕੰਦ, ਅਰਣਯ ਕੰਦ, ਕਿਸ਼ਕਿੰਧ, ਸੁੰਦਰਕਾਂਡ, ਯੁੱਧ ਕਾਂਡ ਅਤੇ ਉੱਤਰਾਕਾਂਡ। ਉਸ ਤੋਂ ਬਾਅਦ ਗੱਲ ਕਰ ਲੈਂਦੇ ਭੁਸੰਡੀ ਰਾਮਾਇਣ ਹੈ ਜਿਹੜੀ, ਉਸਨੂੰ ਆਦਿ ਰਾਮਾਇਣ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਸ ਤੋਂ ਬਾਅਦ ਗੱਲ ਕਰ ਲੈਂਦੇ ਜੀ ਮਹਾਭਾਰਤ ਬਾਰੇ। ਮਹਾਭਾਰਤ ਬਾਰੇ ਵਿੱਚ ਆਪਾਂ ਨੂੰ ਕਾਫੀ ਗਿਆਨ ਮਿਲਦਾ ਭਾਰਤੀ ਇਤਿਹਾਸ ਬਾਰੇ। ਸਿਰਜਣਹਾਰ ਨੇ ਮਹਾਰਿਸ਼ੀ ਵੇਦ ਵਿਆਸ। ਸ਼ੁਰੂ ਵਿੱਚ 24,000 ਆਇਤਾਂ ਸੀ ਇਹਦੇ ਵਿੱਚ। ਠੀਕ ਹੈ ਜੀ, ਜਿਸ ਨੂੰ ਸਲੋਕ ਕਹਿ ਦਿੰਦੇ ਹਾਂ। ਹੁਣ ਲਗਭਗ 1,000 ਸਲੋਕ ਨੇ ਇਹਦੇ ਵਿੱਚ। ਮਹਾਭਾਰਤ ਨੂੰ ਜੈ ਸੰਹਿਤਾ ਵੀ ਕਿਹਾ ਜਾਂਦਾ। ਮਹਾਭਾਰਤ ਨੂੰ 18 ਪਰਬ ਵਿੱਚ ਵੰਡਿਆ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰ ਲੈਂਦੇ ਪੁਰਾਣ। ਪੁਰਾਣ ਭਾਰਤੀ ਇਤਿਹਾਸ ਦੇ ਸਰੋਤ ਲਈ ਇੱਕ ਮਹੱਤਵਪੂਰਨ ਪਾਠ ਨੇ। ਜ਼ਿਆਦਾਤਰ ਪੁਰਾਣ ਸਧਾਰਨ ਸੰਸਕ੍ਰਿਤ ਛੰਦਾਂ ਵਿੱਚ ਲਿਖੇ ਗਏ ਨੇ। 5 ਤੋਂ 4ਵੀਂ ਸਦੀ ਈਸਾ ਪੂਰਵ ਵਿੱਚ ਇਸ ਦਾ ਰਚਨਾ ਸਮਾਂ ਸੀਗਾ। ਪੁਰਾਣਾਂ ਦੀ ਗਿਣਤੀ ਹੈ 18। ਟੋਟਲ ਪੁਰਾਣ ਕਿੰਨੇ ਨੇ? 18, ਜਿਨ੍ਹਾਂ ਦਾ ਨਾਮ ਹੈ ਬ੍ਰਹਮਾ, ਪਦਮਾ, ਵਿਸ਼ਨੂੰ, ਵਾਯੂ, ਭਗਵਤ, ਨਰਦਿਆ, ਮਾਰਕੰਡੇ, ਅਗਨੀ, ਭਾਵਿਸ਼ਯ, ਬ੍ਰਹਮ ਵੈਵਰਤ, ਲਿੰਗ, ਬਰਾਹਾ, ਸਕੰਦ, ਵਾਮਨ, ਕੁਰਮ, ਮਤਸਿਆ, ਗਰੁੜ ਅਤੇ ਬ੍ਰਹਮੰਡ ਪੁਰਾਣ। ਠੀਕ ਹੈ ਜੀ। ਇਹ ਪੁਰਾਣ ਤੁਸੀਂ 18 ਤਰ੍ਹਾਂ ਦੇ ਦੇਖ ਲੈਣੇ। ਇਹ ਸਾਰੇ ਪੁਰਾਣਾਂ ਵਿੱਚੋਂ ਵਿਸ਼ਨੂੰ, ਮਤਸਿਆ, ਵਾਸੂ ਅਤੇ ਭਾਗਵਤ ਪੁਰਾਣ ਸਭ ਤੋਂ ਮਹੱਤਵਪੂਰਨ ਨੇ। ਪੁਰਾਣਾਂ ਵਿੱਚੋਂ ਸਭ ਤੋਂ ਪੁਰਾਣਾ ਜਿਹੜਾ ਅਤੇ ਸਭ ਤੋਂ ਪ੍ਰਮਾਣਿਕ ਜਿਹੜਾ ਮਸਤੀਆ ਪੁਰਾਣ ਹੈ। ਵਿਸ਼ਨੂੰ ਪੁਰਾਣ ਵਿੱਚ ਮੌਰਿਆ ਅਤੇ ਗੁਪਤ ਵੰਸ਼ ਬਾਰੇ ਮਿਲਦਾ। ਵਿਸ਼ਨੂੰ ਪੁਰਾਣ ਵਿੱਚ ਮੌਰਿਆ ਸਾਮਰਾਜ ਅਤੇ ਗੁਪਤ ਵੰਸ਼ ਬਾਰੇ ਜਾਣਕਾਰੀ ਮਿਲਦੀ ਹੈ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਬੋਧੀ ਧਰਮ ਗ੍ਰੰਥ ਨੇ ਜਿਹੜੇ, ਉਹਨਾਂ ਵਿੱਚੋਂ ਕੀ ਇਨਫੋਰਮੇਸ਼ਨ ਮਿਲਦੀ ਹੈ ਆਪਾਂ ਨੂੰ। ਬੋਧੀ ਧਰਮ ਦੇ ਵਿੱਚ ਤ੍ਰਿਪਿਟਕ ਭਾਰਤ ਦਾ ਸਭ ਤੋਂ ਪੁਰਾਣਾ ਧਾਰਮਿਕ ਪਾਠ ਹੈ। ਧਾਰਮਿਕ ਪਾਠ ਹੁੰਦੇ ਨੇ ਜਿਨ੍ਹਾਂ ਦਾ ਨਾਮ ਹੈ ਤ੍ਰਿਪਿਟਕ, ਜੋ ਮਹਾਤਮਾ ਬੁੱਧ ਦੇ ਪਰਿਨਿਰਵਾਣ ਤੋਂ ਬਾਅਦ
ਆਯੋਜਿਤ ਸਮਾਰੋਹਾਂ ਵਿੱਚ ਸੰਕਲਿਤ ਕੀਤਾ ਗਿਆ ਸੀ। ਤ੍ਰਿਪਿਟਕਾਂ ਦੀ ਸੰਖਿਆ 3 ਹੈ। ਸੂਤ ਪਿਟਕ, ਵਿਨੈ ਪਿਟਕ ਅਤੇ ਅਭਿਧਾਮਾ ਪਿਟਕਾ। ਠੀਕ ਹੈ ਜੀ। ਵਿਨੈ ਪਿਟਕ ਵਿੱਚ ਮੱਠ ਦੇ ਵਸਨੀਕਾਂ ਦੇ ਅਨੁਸ਼ਾਸਨ ਸੰਬੰਧੀ ਗੱਲ ਕਹੀ ਗਈ ਹੈ। ਅਭਿਧਾਮਾ ਪਿਟਕ ਵਿੱਚ ਬੁੱਧ ਧਰਮ ਦੀ ਦਾਰਸ਼ਨਿਕ ਵਿਆਖਿਆ ਕੀਤੀ ਗਈ ਹੈ ਅਤੇ ਪਿਟਕਾਂ ਤੋਂ ਇਲਾਵਾ ਬਲਿੰਦਾ ਪਨੋ, ਦੀਪਾਵੰਸ਼ ਅਤੇ ਵੰਸ਼ ਦੀ ਬੋਧੀ ਸਾਹਿਤ ਨੇ। ਠੀਕ ਹੈ ਜੀ। ਮੁੱਖ ਤੌਰ 'ਤੇ ਬੋਧੀ ਸਾਹਿਤ ਦੀ ਰਚਨਾ ਵਾਲੀ ਭਾਸ਼ਾ ਵਿੱਚ ਬਣਿਆ ਹੈ। ਮੁੱਖ ਤੌਰ 'ਤੇ ਬੋਧੀ ਸਾਹਿਤ ਰਚਨਾ ਵਾਲੀ ਭਾਸ਼ਾ ਵਿੱਚ ਬਣਾਇਆ ਗਿਆ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਜੈਨ ਧਰਮ ਦੇ ਜਿਹੜੇ ਗ੍ਰੰਥ ਸੀ ਪ੍ਰਾਚੀਨ ਸਰੋਤਾਂ ਵਜੋਂ ਜੈਨ ਸਾਹਿਤ ਉਹਨਾਂ ਵਿੱਚੋਂ ਮਹੱਤਵਪੂਰਨ ਹੈ ਜਿੰਨਾ ਬੋਧੀ ਸਾਹਿਤ। ਠੀਕ ਹੈ। ਬੋਧੀ ਸਾਹਿਤ ਜਿੰਨਾ ਹੀ ਮਹੱਤਵਪੂਰਨ ਹੈ। ਜੈਨ ਧਰਮ ਦਾ ਇਤਿਹਾਸ ਕਲਪ ਸੂਤਰ ਤੋਂ ਜਾਣਿਆ ਜਾਂਦਾ ਹੈ। ਜੈਨ ਸਾਹਿਤ ਨੂੰ ਅਗਮ ਵੀ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਅਗਮਾ ਪਾਠ ਭਗਵਾਨ ਮਹਾਵੀਰ ਸਵਾਮੀ ਦੀ ਮੌਤ ਤੋਂ ਬਾਅਦ ਰਚੇ ਗਏ ਸਨ। ਉਸ ਤੋਂ ਇਤਿਹਾਸਿਕ ਅਤੇ ਸਮਕਾਲੀ ਕਿਹੜੇ ਸਨ? ਆਚਾਰਿਆ ਚਾਣਕਿਆ, ਕੌਟਲਿਆ ਜਾਂ ਵਿਸ਼ਨੂੰ ਗੁਪਤਾ ਸੀ, ਜਿਨ੍ਹਾਂ ਦੁਆਰਾ ਇੱਕ ਤੁਸੀਂ ਕਹਿ ਸਕਦੇ ਹੋ ਇਕਨੋਮਿਕਸ ਇੱਕ ਤਰ੍ਹਾਂ ਦੀ ਜਿਹੜੀ ਪੁਰਾਤਨ ਇਤਿਹਾਸ ਵਿੱਚ ਬਣਾਈ ਗਈ ਸੀ ਆਚਾਰਿਆ ਚਾਣਕਿਆ ਦੁਆਰਾ। ਅਰਥ ਸ਼ਾਸਤਰ ਕਹਿ ਸਕਦੇ ਹੋ। ਇਹ ਪਾਠ ਭਾਰਤ ਦਾ ਪਹਿਲਾ ਰਾਜਨੀਤਿਕ ਸਾਹਿਤ ਮੰਨਿਆ ਜਾਂਦਾ ਹੈ। ਇਸ ਕਿਤਾਬ ਵਿੱਚ 600 ਆਇਤਾਂ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਮੁਦਰਾਕਸ਼ਾ ਸਿਰਜਣਹਾਰ ਸੀ ਦੇ ਵਿਸ਼ਾਖ ਦੱਤ, ਚੰਦਰਗੁਪਤ ਮੌਰਿਆ ਅਤੇ ਉਸਦੇ ਗੁਰੂ ਚਾਣਕਿਆ ਅਤੇ ਨੰਦਾ ਰਾਜਵੰਸ਼ ਦੇ ਪਤਨ ਅਤੇ ਮੌਰਿਆ ਰਾਜਵੰਸ਼ ਦੀ ਸਥਾਪਨਾ ਬਾਰੇ ਇਸ ਦੇ ਵਿੱਚ ਵਰਣਨ ਹੈ। ਠੀਕ ਹੈ ਜੀ। ਅਤੇ ਮਾਲ ਵਿਕ ਗਨੀ ਮਿੱਤਰ ਦੀ ਰਚਨਾ ਕਾਲੀਦਾਸ ਦੁਆਰਾ ਕੀਤੀ ਗਈ ਸੀ। ਇੱਕ ਗ੍ਰੰਥ ਹੈ ਮਾਲ ਵਿਕ ਗਨੀ ਮਿੱਤਰ, ਇਸ ਦੀ ਰਚਨਾ ਕਾਲੀਦਾਸ ਦੁਆਰਾ ਕੀਤੀ ਗਈ ਸੀ। ਇਸ ਪੁਸਤਕ ਤੋਂ ਪੁਸ਼ਪਾਮਿੱਤਰ ਸੁੰਗਾ ਅਤੇ ਉਸਦੇ ਪੁੱਤਰ ਅਗਨੀ ਮਿੱਤਰ ਦੇ ਸਮੇਂ ਦੇ ਰਾਜਨੀਤਿਕ ਵਿਕਾਸ ਦੇ ਨਾਲ ਯਤਨਾਂ ਦੇ ਸੰਘਰਸ਼ ਦੇ ਵੇਰਵੇ ਵੀ ਦਿੱਤੇ ਗਏ ਹਨ। ਉਸ ਤੋਂ ਬਾਅਦ ਹੁੰਦਾ ਜੀ ਗੱਲਬਾਤ ਹਰਸ਼ ਚਰਿਤਰਾ ਨਾਂ ਦੀ ਕਿਤਾਬ ਦੇ। ਹਰਸ਼ ਚਰਿਤਰਾ 7ਵੀਂ ਸਦੀ ਦੇ ਪਹਿਲੇ ਅੱਧ ਵਿੱਚ ਸਮਰਾਟ ਹਰਸ਼ਵਰਧਨ ਦੇ ਬਨਬੱਟਾ ਕਵੀ, ਉਹਨਾਂ ਦੇ ਕਵੀ ਸੀ ਬਣਾਬੱਟਾ, ਉਸ ਦੇ ਦੁਆਰਾ ਇਸ ਦੀ ਰਚਨਾ ਕੀਤੀ ਗਈ ਸੀ ਹਰਸ਼ਵਰਧਨ ਰਾਜੇ ਦੁਆਰਾ। ਇਹ ਕਿਤਾਬ ਰਾਜਾ ਹਰਸ਼ਵਰਧਨ ਦੇ ਸਮੇਂ ਦੇ ਇਤਿਹਾਸ ਦਾ ਵੇਰਵਾ ਦਿੰਦੀ ਹੈ। ਉਸ ਤੋਂ ਬਾਅਦ ਗੱਲ ਕਰ ਲੈਣੀ ਨਵਸ਼ਾਹ ਸੰਸਕ੍ਰਿਤ। ਠੀਕ ਹੈ। ਨਵਸ਼ਾਹ ਸੰਸਕ੍ਰਿਤ ਸਾਹਿਤ ਦੇ ਪਹਿਲੇ ਇਤਿਹਾਸਿਕ ਮਹਾਂਕਾਵਿ ਜਿਹੜਾ ਬਣਿਆ ਉਸਦਾ ਨਾਮ ਹੈ ਨਵਸ਼ਾਹ ਸੰਸਕ੍ਰਿਤ। ਠੀਕ ਹੈ ਜੀ। ਵਿਦੇਸ਼ੀ ਲੋਕਾਂ ਦਾ ਜਿਹੜਾ ਵਰਣਨ ਇਹਦੇ ਵਿੱਚ ਹੁੰਦਾ ਸਭ ਤੋਂ ਵੱਧ ਇਤਿਹਾਸ ਦੇ ਵਿੱਚ ਅਗਰ ਕਿਸੇ ਦਾ ਨਾਮ ਸੁਣਨਾ ਤੁਸੀਂ ਤਾਂ ਉਹਦਾ ਨਾਮ ਹੈ ਹੈਰੋਡੋਟਸ ਨੂੰ ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ। ਉਸਨੇ 5ਵੀਂ ਸਦੀ ਈਸਾ ਪੂਰਵ ਵਿੱਚ ਹਿਸਟੋਰੀਕਾ ਨਾਮ ਦੀ ਇੱਕ ਕਿਤਾਬ ਲਿਖੀ ਸੀ ਜਿਸ ਵਿੱਚ ਭਾਰਤ ਅਤੇ ਫਰਾਂਸ ਦੇ ਸੰਬੰਧਾਂ ਬਾਰੇ ਗੱਲ ਕੀਤੀ ਸੀ। ਉਸਨੇ ਇੰਡੀਕਾ ਨਾਮ ਦੀ ਇੱਕ ਕਿਤਾਬ ਲਿਖੀ ਸੀ ਜਿਸ ਵਿੱਚ ਉਸ ਸਮੇਂ ਦੇ ਮੌਰੀਆ ਵੰਸ਼ ਅਤੇ ਸੱਭਿਅਤਾ ਅਤੇ ਸੱਭਿਆਚਾਰ ਦਾ ਵਰਣਨ ਕੀਤਾ ਸੀ। ਉਸ ਤੋਂ ਬਾਅਦ ਆਉਂਦਾ ਜੀ ਟੈਸੀਅਸ, ਈਰਾਨ ਦਾ ਸ਼ਾਹੀ ਬੈਦ ਸੀ। ਉਸਨੇ ਇਸ ਦੇ ਕਹਾਣੀਆਂ ਰਾਹੀਂ ਭਾਰਤ ਦੇ ਵੇਰਵੇ ਪੇਸ਼ ਕੀਤੇ ਨੇ। ਠੀਕ ਹੈ। ਉਸ ਤੋਂ ਬਾਅਦ ਆਉਂਦਾ ਫਾਹੀਆਨ ਚੀਨੀ ਯਾਤਰੀ ਫਾਹੀਨ ਸੀ। ਠੀਕ ਹੈ ਜੀ। ਚੰਦਰਗੁਪਤ ਬਿਕਰਮਾਦਿੱਤਿਆ ਦੂਜੇ ਦੇ ਸਮੇਂ ਭਾਰਤ ਆਇਆ ਸੀ। ਉਸਨੇ ਆਪਣੇ ਲੇਖ ਵਿੱਚ ਭਾਰਤੀ ਸਮਾਜਿਕ, ਧਾਰਮਿਕ ਅਤੇ ਆਰਥਿਕ ਸਥਿਤੀ ਦੇ ਚਾਨਣਾ ਪਾਇਆ ਹੈ। ਉਸ ਦੀ ਰਚਨਾ ਬੁੱਧ ਧਰਮ ਦੇ ਵਿੱਚ ਲਿਖੀ ਗਈ ਹੈ। ਉਸ ਤੋਂ ਬਾਅਦ ਬਹੁਤ ਜ਼ਿਆਦਾ ਕੁਐਸਚਨ ਜਿਸ ਦੇ ਬਾਰੇ ਆਉਂਦੇ ਨੇ ਮੋਸਟ ਇੰਪੋਰਟੈਂਟ ਹੈ ਦੋਸਤੋ ਹਿਊਨ ਸਾਂਗ। ਚੀਨੀ ਯਾਤਰੀ ਹਿਊਨ ਸਾਂਗ ਕਨੌਜ ਦੇ ਰਾਜਾ ਹਰਸ਼ਵਰਧਨ ਦੇ ਸਮੇਂ 'ਤੇ ਆਇਆ ਸੀ। 15 ਸਾਲ ਭਾਰਤ ਵਿੱਚ ਉਸਨੇ ਰਿਹਾ ਅਤੇ ਫਿਰ ਚੀਨ ਦੇ ਵਿੱਚ ਵਾਪਸ ਚਲਾ ਗਿਆ। 645 ਈਸਵੀ ਵਿੱਚ ਉਸਨੇ ਬਿਹਾਰ ਦੀ ਵਿਸ਼ਵ ਪ੍ਰਸਿੱਧ ਨਾਲੰਦਾ ਯੂਨੀਵਰਸਿਟੀ ਵਿੱਚ 6 ਸਾਲਾਂ ਤੱਕ ਪੜ੍ਹਾਈ ਕੀਤੀ। ਹਿਊਨ ਸਾਂਗ ਦੀ ਯਾਤਰਾ ਦਾ ਵਰਣਨ ਕੀ ਨਾਂ ਦੀ ਕਿਤਾਬ ਵਿੱਚ ਕੀਤਾ ਗਿਆ ਜੋ ਲਗਭਗ 138 ਦੇਸ਼ਾਂ ਦੀ ਯਾਤਰਾ ਦਾ ਵਰਣਨ ਕਰਦੀ ਹੈ। ਉਸ ਤੋਂ ਬਾਅਦ ਆਉਂਦਾ ਜੀ ਅਲਬਰੂਨੀ। ਅਰਬ ਯਾਤਰੀ ਅਲਬਰੂਨੀ ਗਜ਼ਨਵੀ ਅਤੇ ਮਹਿਮੂਦ ਦੇ ਨਾਲ ਭਾਰਤ ਆਇਆ ਸੀ। ਇਸਨੂੰ ਮੁਹੰਮਦ ਗਜ਼ਨਵੀ ਨੇ ਆਪਣੇ ਸ਼ਾਹੀ ਜੋਤਸ਼ੀ ਵਜੋਂ ਬਣਾਇਆ ਸੀ। ਉਸ ਦੀ ਰਚਨਾ ਕਿਤਾਬ ਉਲ ਹਿੰਦ ਜਾਂ ਤਹਿਕੀਕ-ਏ-ਹਿੰਦ, ਜਿਸ ਨੂੰ ਡਿਸਕਵਰੀ ਆਫ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਸ ਤੋਂ ਬਾਅਦ ਆਉਂਦਾ ਸੁਲੇਮਾਨ। ਅਰਬ ਯਾਤਰੀ ਸੁਲੇਮਾਨ 9ਵੀਂ ਸਦੀ ਵਿੱਚ ਭਾਰਤ ਵਿੱਚ ਆਇਆ ਸੀ। ਉਸਨੇ ਪ੍ਰਤੀਹਾਰ ਅਤੇ ਪਾਲ ਸ਼ਾਸਕਾਂ ਦੇ ਸਮੇਂ ਦੀ ਸਮਾਜਿਕ ਸਥਿਤੀ ਦਾ ਵਰਣਨ ਕੀਤਾ ਹੈ। ਉਸ ਤੋਂ ਬਾਅਦ ਆਉਂਦਾ ਜੀ ਅਲ ਮਸੂਦੀ। ਅਰਬ ਦੇ ਬਗਦਾਦ ਦਾ ਵਸਨੀਕ ਸੀ। ਅਲ ਮਸੂਦੀ 915 ਤੋਂ 16 ਦੇ ਵਿੱਚ ਆਇਆ ਸੀ। ਉਸਨੇ ਇੱਥੋਂ ਦੇ ਰਾਸ਼ਟਰਕੂਟ ਅਤੇ ਪ੍ਰਤੀਹਾਰ ਸ਼ਾਸਕਾਂ ਬਾਰੇ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ ਆਉਂਦਾ ਜੀ ਇਬਨ ਬਤੂਤਾ। ਪ੍ਰਸਿੱਧ ਅਰਬਨ ਵਿਦਵਾਨ ਆਉਂਦਾ ਲੇਖਕ ਇਬਨ ਬਤੂਤਾ 14ਵੀਂ ਸਦੀ ਵਿੱਚ ਭਾਰਤ ਆਇਆ ਸੀ। ਇਬਨ ਬਤੂਤਾ ਦੇ ਸਫ਼ਰਨਾਮੇ ਦਾ ਜ਼ਿਕਰ ਰਹੀਨਾਲਾ ਨਾਂ ਦੀ ਇੱਕ ਬੁੱਕ ਵਿੱਚ ਕੀਤਾ ਗਿਆ ਜੋ 14ਵੀਂ ਸਦੀ ਵਿੱਚ ਭਾਰਤੀ ਸਮਾਜ ਦੀਆਂ ਸਥਿਤੀਆਂ ਦਾ ਵਰਣਨ ਕਰਦੀ ਹੈ। ਰਹੀਨਾਲਾ, ਇਸ ਦੇ ਬਾਰੇ ਬਹੁਤ ਸਾਰੇ ਕੁਐਸਚਨ ਆਉਂਦੇ ਆ UPSC PCS ਦੇ ਵਿੱਚ। ਇਸ ਤੋਂ ਬਾਅਦ ਆਉਂਦਾ ਇੱਕ ਤਾਰਾਨਾਥ ਜੋ ਕਿ ਤਿੱਬਤੀ ਲੇਖਕ ਸੀ। ਮਾਰਕੋ ਪੋਲੋ 13ਵੀਂ ਸਦੀ ਵਿੱਚ ਪੰਡਿਆ ਦੇਸ਼ ਦੀ ਫੇਰੀ 'ਤੇ ਆਇਆ ਸੀ। ਫਿਰਦੌਸੀ ਸੀ ਰਚਨਾ ਜਿਸਨੇ ਕੀਤੀ ਸੀ ਸ਼ਾਹਨਾਮਾ, ਚੰਚਨਾਮਾ
ਤੇ ਅਬੁਲ ਫਜ਼ਲ ਜੀ ਨੇ ਅਕਬਰ ਬਾਰੇ ਸਾਰਾ ਕੁਝ ਪੂਰੀ ਸਟੋਰੀ ਉਸਦੀ ਲਿਖੀ ਸੀ। ਇਹਨਾਂ ਚੀਜ਼ਾਂ ਤੋਂ ਭਾਰਤ ਦੇ ਇਤਿਹਾਸ ਬਾਰੇ ਆਪਾਂ ਨੂੰ ਪਤਾ ਲੱਗਦਾ। ਉਸ ਤੋਂ ਇਲਾਵਾ ਜਿਹੜਾ ਪੁਰਾਤਤਵ ਸਮੱਗਰੀ ਹੈ, ਇਸ ਨੂੰ ਇਤਿਹਾਸ ਨੂੰ ਜਾਣਨ ਲਈ ਇੱਕ ਮਹੱਤਵਪੂਰਨ ਸਥਾਨ ਨੇ। ਇਹਨਾਂ ਵਿੱਚੋਂ ਜ਼ਿਆਦਾਤਰ ਸ਼ਿਲਾਲੇਖ ਜਿਹੜੇ ਸਥੰਭਾਂ 'ਤੇ ਬਣੇ ਨੇ, ਠੀਕ ਹੈ। ਸ਼ਿਲਾਲੇਖ, ਸਿੱਕੇ, ਤਾਂਬੇ ਦੀਆਂ ਪਲੇਟਾਂ, ਮੂਰਤੀਆਂ, ਗੁਫਾਵਾਂ ਜਿਹੜੀਆਂ ਵੀ ਖੁਦਾਈ 'ਚ ਮਿਲਦੀਆਂ ਨੇ, ਉਹਨਾਂ ਬਾਰੇ ਇਸ 'ਤੇ ਗੱਲ ਕੀਤੀ ਗਈ ਹੈ। ਸਭ ਤੋਂ ਪੁਰਾਣਾ ਸ਼ਿਲਾਲੇਖ ਮੱਧ ਏਸ਼ੀਆ ਦੇ ਬੋਧ ਜਾਂ ਕੋਈ ਨਾਂ ਦੇ ਸਥਾਨ 'ਤੇ ਪ੍ਰਾਪਤ ਹੋਇਆ, ਜੋ ਕਿ 1400 ਈਸੀ ਪੂਰਵ ਦਾ ਹੈ। ਭਾਰਤ ਵਰਸ਼ ਦਾ ਪਹਿਲਾ ਜ਼ਿਕਰ ਹਾਥੀ ਦੀ ਗੁਫਾ ਦੇ ਸਿਰਲੇਖ 'ਤੇ ਮਿਲਦਾ ਹੈ। ਹੈਦਰਾਬਾਦ ਦੇ ਮਾਸਕੀ ਸ਼ਿਲਾਲੇਖ ਵਿੱਚ ਅਸ਼ੋਕ ਦਾ ਵਰਣਨ ਮਿਲਦਾ ਹੈ। ਅਸ਼ੋਕ ਦੇ ਸ਼ਿਲਾਲੇਖ ਬਰਾਹਰੀ, ਖਰੋਸ਼ਠੀ ਅਤੇ ਆਰਾਮੀ ਭਾਸ਼ਾ ਵਿੱਚ ਲਿਪੀਆਂ ਵਿੱਚ ਲਿਖੇ ਗਏ ਹਨ ਦੋਸਤੋ, ਠੀਕ ਹੈ। ਅਤੇ ਇਸ ਤੋਂ ਇਲਾਵਾ ਜਿੱਦਾਂ ਤੁਸੀਂ ਮੋਹਨਜੋਦੜੋ, ਸਿੰਧ ਘਾਟੀ ਸੱਭਿਅਤਾ, ਹੜੱਪਾ ਸੱਭਿਅਤਾ, ਇੱਦਾਂ ਦੀਆਂ ਸੱਭਿਅਤਾ ਤੋਂ ਖੁਦਾਈਆਂ ਤੋਂ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਜਿਹੜੀਆਂ ਕਿ ਸਾਡੇ ਇਤਿਹਾਸ ਵੱਲ ਚਾਨਣ ਪਾਉਂਦੀਆਂ ਨੇ, ਠੀਕ ਹੈ ਦੋਸਤੋ। ਇਹ ਉਹ ਵੀਡੀਓ ਸੀ ਜਿਸ ਤੋਂ ਤੁਹਾਡਾ ਇਤਿਹਾਸ ਸਟਾਰਟ ਹੁੰਦਾ, ਜਿੰਨੀਆਂ ਚੀਜ਼ਾਂ ਤੋਂ ਤੁਹਾਨੂੰ ਇਤਿਹਾਸ ਬਾਰੇ ਪਤਾ ਲੱਗਦਾ, ਠੀਕ ਹੈ ਦੋਸਤੋ। ਤਾਂ ਅੱਜ ਇਹ ਵੀਡੀਓ ਇੱਥੋਂ ਤੱਕ ਹੀ। ਅਗਰ ਤੁਹਾਨੂੰ ਲੱਗਦਾ ਕਿ ਵੀਡੀਓ ਤੁਹਾਡੇ ਵਾਸਤੇ ਫਾਇਦਾ ਦੇਊਗੀ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਹੋਰ ਲੋਕਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ ਸੋ ਮਚ।